सत श्री अकाल जी सारिਆਂ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ है जी अपने चैनल गिल पंजाबी फूड फैक्ट्री ते ਹੁਣ ਹੈਗਾ ਜੀ ਸੁਬਾਹ ਦਾ ਟਾਈਮ ਬਿਲਕੁਲ ਸਦਿਆਂ ਦਾ ਟਾਈਮ ਜਿਵੇਂ ਆਪਾਂ ਕਹਿ ਦਿੰਦੇ ਆ। ਹੁਣ ਤੁਸੀਂ ਕਮੈਂਟ ਕਰਕੇ ਪੁੱਛ ਲਓ ਜੇ ਕਿਸੇ ਨੂੰ ਨਾ ਪਤਾ ਹੋਇਆ ਵੀ ਸਦਿਆਂ ਕੀ ਹੁੰਦਾ। ਜਿਵੇਂ ਕਿ ਤੁਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਪੁੱਛ ਰਹੇ ਸੀਗੇ ਵੀ ਦੀ ਚੌੜ ਕੀ ਹੁੰਦੀ ਆ। ਸੋ ਮੈਂ ਤੁਹਾਨੂੰ ਦੱਸਦੇ ਹਾਂ ਜੀ, ਚੌੜ ਅਸੀਂ ਕਹਿੰਦੇ ਹਾਂ ਜੀ ਮਸਤੀ ਨੂੰ, ਕਿਉਂਕਿ ਅਲੱਗ-ਅਲੱਗ ਜਿਹੜਾ ਏਰੀਆ ਹੁੰਦਾ ਉਹਨਾਂ ਦੀ ਅਲੱਗ-ਅਲੱਗ ਲੈਂਗੁਏਜ ਹੁੰਦੀ ਆ। ਕਈ ਸ਼ਬਦਾਂ ਨੂੰ ਲੋਕ ਅਲੱਗ-ਅਲੱਗ ਤਰੀਕੇ ਨਾਲ ਬੋਲਦੇ ਆ। ਸੋ ਇਸ ਕਰਕੇ ਮੈਂ ਮੈਨੂੰ ਇਹ ਵੀ ਕਮੈਂਟ ਆਏ ਵੀ ਦੀਦੀ ਹਨੂੰਮਾਨ ਕੀ ਹੁੰਦੇ ਆ। ਹਨੂੰਮਾਨ ਮੌਂਕੀ ਨੂੰ ਕਹਿੰਦੇ ਆ ਜੀ। ਸੋ ਇਹ ਹੈਗਾ ਜੀ, ਜਿਵੇਂ ਕਿ ਮੈਂ ਤੁਹਾਨੂੰ ਸਦਿਆਂ ਕਿਹਾ ਜੀ, ਮੋਰਨਿੰਗ ਦਾ ਟਾਈਮ ਹੈ ਸੁਬਾਹ ਦਾ। ਅਤੇ ਬੀਬੀ ਦੇ ਘਰ ਇਸ ਤਰ੍ਹਾਂ ਦਾ ਮਾਹੌਲ ਹੈ ਸੁਬਾਹ, ਕਿਉਂਕਿ ਇੰਨੇ ਸੋਹਣੇ ਫੁੱਲ ਬੂਟੇ ਲੱਗੇ। ਸਾਡੇ ਘਰੇ ਅਜੇ ਇੰਨੇ ਫੁੱਲ ਨਹੀਂ ਲੱਗੇ, ਕਿਉਂਕਿ ਅਸੀਂ ਤਾਂ ਆਏ ਹਾਂ ਵੀ ਪੱਕਾ ਮਕਾਨ ਬਣਾ ਲਿਆ। ਅਤੇ ਪੱਕੇ ਮਕਾਨ ਦੇ ਵਿੱਚ ਪਤਾ ਕੀ ਆ ਵੀ ਗਮਲਿਆਂ ਦੇ ਵਿੱਚ ਬੂਟੇ ਲਾ ਕੇ ਰੱਖਣੇ ਪੈਂਦੇ। ਪਰ ਜਿਹੜਾ ਖੇਤਾਂ ਦੇ ਵਿੱਚ ਘਰ ਆਉਣਾ ਅਤੇ ਖੁੱਲ੍ਹਾ ਵਿਹੜਾ ਆਉਣਾ, ਅਤੇ ਖੁੱਲ੍ਹੇ ਵਿਹੜੇ ਦੇ ਵਿੱਚ ਜਿੱਥੇ ਜਿਹੜਾ ਦਿਲ ਕਰਦਾ ਉਹੀ ਸਬਜ਼ੀ ਦਾ, ਉਹੀ ਬੂਟੇ ਦਾ ਬੀ ਲਗਾ ਦਿਓ ਅਤੇ ਉੱਗਰ ਆਉਂਦੇ ਆ ਖੁੱਲ੍ਹੇ ਵਿਹੜੇ ਦੇ ਵਿੱਚ। ਸੋ ਬਹੁਤ ਵਧੀਆ, ਫਿਰ ਇੱਕ ਨਾ ਮਾਹੌਲ ਜਿਹਾ ਘਰ ਦਾ ਬਹੁਤ ਵਧੀਆ ਫਰੈਸ਼ ਜਿਹਾ ਬਣ ਜਾਂਦਾ। ਅਤੇ ਬੀਬੀ ਨੇ ਚਾਹ ਕਰ ਲਈ ਸੀ ਸੁਬਾਹ ਦੀ। ਅਤੇ ਵੈਸੇ ਤਾਂ ਬੀਬੀ ਬਹੁਤ ਸਵੇਹਾਂ ਉੱਠ ਜਾਂਦੀ ਹੁੰਦੀ ਹੈ, ਇਸ ਤੋਂ ਵੀ ਜ਼ਿਆਦਾ, ਪਰ ਉਦੋਂ ਵੀਡੀਓ ਨਹੀਂ ਇੰਨੀ ਕਲੀਅਰ ਬਣਦੀ ਸੀਗੀ। ਅਤੇ ਅੱਜ ਪਤਾ ਹੀ ਨਹੀਂ ਕਿਉਂ ਬੀਬੀ ਦੀ ਅੱਖ ਨਹੀਂ ਖੁੱਲ੍ਹੀ, ਅਤੇ ਬੀਬੀ ਕਹਿੰਦੀ ਮੈਂ ਥੋੜ੍ਹਾ ਜਿਹਾ ਲੇਟ ਹੋ ਗਈ ਕਹਿੰਦੀ ਉੱਠਣ ਨੂੰ। ਅਤੇ ਮੈਨੂੰ ਬੀਬੀ ਕਹਿੰਦੀ ਚਾਹ ਪਾ ਕੇ ਲੈ ਜਾ। ਬੀਬੀ ਨੇ ਮੇਰੇ ਉੱਠਣ ਤੋਂ ਪਹਿਲਾਂ ਹੀ ਚਾਹ ਕਰ ਲਈ ਸੀ। ਅਤੇ ਬਾਕੀ ਤੁਹਾਨੂੰ ਪਤਾ ਜੀ ਮੇਰਾ ਤਾਂ ਕੰਮ ਹੀ ਹੁੰਦਾ ਵੀ ਮੈਂ ਵੀਡੀਓ ਵੀ ਬਣਾਉਣੀ ਹੁੰਦੀ ਆ, ਤੁਹਾਡੇ ਨਾਲ ਸ਼ੇਅਰ ਵੀ ਕਰਨੀ ਹੁੰਦੀ ਆ। ਅਤੇ ਮੈਂ ਬੀਬੀ ਨੂੰ ਰਾਤ ਨੂੰ ਕਹਿ ਕੇ ਪਈ ਸੀ, ਬੀਬੀ ਜੇ ਮੈਨੂੰ ਨਾ ਵੀ ਮੇਰੀ ਅੱਖ ਸਦਿਆਂ ਖੁੱਲ੍ਹੀ ਨਾ, ਮੈਨੂੰ ਨਾ ਵੀ ਜਾਗ ਆਈ ਨਾ, ਅਤੇ ਤੂੰ ਮੈਨੂੰ ਥੋੜ੍ਹਾ ਜਿਹਾ ਵੀ ਉਠਾ ਦੀ ਸਦਿਆਂ। ਪਰ ਨਹੀਂ, ਮੈਂ ਉੱਠ ਖੜ੍ਹੀ ਸੀਗੀ। ਮੇਰੇ ਹਿਸਾਬ ਨਾਲ ਤਾਂ ਮੈਂ ਸਦਿਆਂ ਉੱਠ ਖੜ੍ਹੀ ਸੀ, ਪਰ ਬੀਬੀ ਨੂੰ ਲੱਗਿਆ ਬੀਬੀ ਥੋੜ੍ਹਾ ਜਿਹਾ ਲੇਟ ਹੋ ਗਈ, ਜ਼ਿਆਦਾ ਵੀ ਨਹੀਂ। ਅਤੇ ਬਾਕੀ ਐਗਜ਼ੈਕਟ ਟਾਈਮ ਤਾਂ ਮੈਨੂੰ ਵੀ ਨਹੀਂ ਯਾਦ ਜੀ ਵੀ ਕਿੰਨੇ ਕੁ ਦਾ ਗਾ। 6 ਤੋਂ ਪਹਿਲਾਂ ਦਾ ਟਾਈਮ ਹੀ ਆ ਇਹ। ਅਤੇ ਮੱਛਰਦਾਨੀ ਲਾ ਕੇ ਅਸੀਂ ਰਾਤ ਪਏ ਸੀ। ਇਸ ਤਰ੍ਹਾਂ ਦੀ ਜਿਹੜੀ ਇਹ ਜ਼ਿੰਦਗੀ ਹੈ ਵੀ ਬੀਬੀ ਵਰਗੇ ਇਸ ਤਰ੍ਹਾਂ ਖੁੱਲ੍ਹੇ ਵਿਹੜੇ ਦੇ ਵਿੱਚ ਪੈਂਦੇ ਆ ਅਤੇ ਮੱਛਰਦਾਨੀ ਲਾ ਕੇ ਪੈਂਦੇ ਆ। ਸੋ ਇੱਕ ਨਾ ਸਕੂਨ ਜਿਹਾ ਮਿਲਦਾ। ਹੁਣ ਕੀ ਹੈ ਵੀ ਆਪਦੇ ਘਰੇ ਚਲੋ ਆਪਾਂ ਜੋ ਵੀ ਲਾਈਫ ਸਟਾਈਲ, ਜਿਵੇਂ ਹੁਣ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ 'ਚ ਦੱਸ ਦਿੰਦੀ ਹਾਂ, ਚੇਂਜ ਹੋ ਚੁੱਕਿਆ ਥੋੜ੍ਹਾ ਜਿਹਾ। ਸੋ ਇੱਧਰ ਮੈਂ ਥੋੜ੍ਹੀ ਜਿਹੀ ਸਲੋ ਮੋਸ਼ਨ 'ਚ ਆਪਦੀ ਵੀਡੀਓ ਬਣਾਈ ਸੀ। ਇੱਥੇ ਮੈਂ ਮਿਊਜ਼ਿਕ ਲਗਾਉਣਾ ਸੀ, ਪਰ ਮੈਂ ਤੁਹਾਡੇ ਨਾਲ ਗੱਲਾਂ ਕਰਨ ਲੱਗ ਗਈ। ਅਤੇ ਉਸ ਤੋਂ ਬਾਅਦ ਕੀ ਹੋਇਆ ਵੀ ਲਾਈਫ ਸਟਾਈਲ, ਹਾਂ ਆਪਾਂ ਗੱਲ ਕਰ ਰਹੇ ਸੀ ਵੀ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ। ਅਤੇ ਵੀ ਹੁਣ ਜਿਹੜਾ ਵੀ ਅਸੀਂ ਆਪਦੇ ਘਰੇ ਪੈਂਦੇ ਹਾਂ, ਆਪ ਆਏ ਹਾਂ ਵੀ ਕਮਰੇ ਦੇ ਵਿੱਚ ਕੂਲਰ ਲਾ ਲਿਆ, AC ਲਾ ਲਿਆ, ਉਵੇਂ ਪੈ ਜਾਂਦੇ ਹਾਂ। ਪਰ ਜਿਹੜੀ ਇਹ ਸਕੂਨ ਮਿਲਦਾ ਨਾ ਇਸ ਤਰ੍ਹਾਂ ਦੀ ਲਾਈਫ ਸਟਾਈਲ ਨਾਲ, ਉਹ ਅਲੱਗ ਹੀ ਤਰ੍ਹਾਂ ਦਾ ਹੁੰਦਾ ਸੀਗਾ। ਇਹ ਲਾਈਫ ਹੈ ਜਿਹੜੀ ਅਲੱਗ ਹੀ ਤਰ੍ਹਾਂ ਦੀ ਹੁੰਦੀ ਸੀ। ਅਤੇ ਮੱਛਰਦਾਨੀ ਲਾ ਕੇ ਪਏ ਸੀ, ਬਹੁਤ ਵਧੀਆ ਲੱਗਿਆ ਮੈਨੂੰ ਤਾਂ, ਬਹੁਤ ਵਧੀਆ ਨੀਂਦ ਆਈ। ਅਸਮਾਨ ਇਸ ਤਰ੍ਹਾਂ ਖੁੱਲ੍ਹੇ ਅਸਮਾਨ ਦੇ ਥੱਲੇ। ਅਤੇ ਕਈ ਵਾਰੀ ਤਾਂ ਮੈਂ ਆਉਣੀ ਹੁੰਦੀ ਅਤੇ ਬੀਬੀ ਕੋਲ ਇਸ ਰੀਜ਼ਨ ਕਰਕੇ ਆਉਣੀ ਹੁੰਦੀ ਵੀ ਉੱਥੇ ਜਾਵਾਂਗੇ ਅਤੇ ਖੁੱਲ੍ਹੇ ਵਿਹੜੇ ਦੇ ਵਿੱਚ ਪਵਾਂਗੇ ਅਤੇ ਇੰਜੋਏ ਕਰਾਂਗੇ ਵਧੀਆ। ਅਤੇ ਇੱਧਰ ਕੀ ਸੀਗਾ, ਬੀਬੀ ਕਹਿੰਦੀ ਮੱਛਰਦਾਨੀ ਪੱਟ ਦਿਓ ਤੁਸੀਂ, ਵੀ ਮੱਛਰਦਾਨੀ ਹੈ ਜਿਹੜੀ ਲਾ ਕੇ ਰੱਖ ਦਿਓ ਅਤੇ ਇਸ ਤਰ੍ਹਾਂ ਫੋਲਡ ਕਰਕੇ। ਇਹ ਮੈਂ ਇੰਨੇ ਕੁ ਕੰਮ ਤਾਂ ਮੈਨੂੰ ਆਉਂਦੇ ਆ ਜਿਹੜੇ ਮੈਂ ਬਚਪਨ ਦੇ ਭੁੱਲੀ ਨਹੀਂ ਗਈ, ਕਿਉਂਕਿ ਮੈਂ ਛੋਟੀ ਹੁੰਦੀ ਇਸੇ ਤਰ੍ਹਾਂ ਹੀ ਮੱਛਰਦਾਨੀ ਇਕੱਠੀ ਕਰਕੇ ਮੈਂ ਹੀ ਰੱਖਣੀ ਹੁੰਦੀ ਸੀ। ਇਹ ਮੱਛਰਦਾਨੀ ਸੀਗੀ ਜਿਹੜੀ ਇੱਕ ਮੰਜੇ ਵਾਲੀ ਲਾਉਂਦੀ ਹੁੰਦੀ ਸੀ ਬੀਬੀ, ਪਰ ਜਦੋਂ ਅਸੀਂ ਆ ਗਏ ਹਰਫ ਜਿੱਦ ਕਰਨ ਲੱਗ ਗਏ, ਕਹਿੰਦਾ ਮੰਮਾ ਨਹੀਂ ਆਪਾਂ 2 ਮੰਜੇ ਵਾਲੀ ਮੱਛਰਦਾਨੀ ਲਾ ਕੇ ਪੈਣਾ ਗਾ। ਅਤੇ ਫਿਰ ਮੈਂ ਬੀਬੀ ਨੂੰ ਕਿਹਾ ਬੀਬੀ ਆਪਾਂ 2 ਮੰਜੇ ਵਾਲੀ ਮੱਛਰਦਾਨੀ ਪੇਟੀ 'ਚੋਂ ਕੱਢ ਲੈਂਦੇ ਹਾਂ ਅਤੇ ਉਹ ਆਪਾਂ ਲਗਾ ਲੈਂਦੇ ਹਾਂ। ਫਿਰ ਅਸੀਂ ਬੰਨ੍ਹ ਲਈ ਸੀ। ਸੋ ਇਹ ਸੀਨ ਇੰਜੋਏ ਕਰੋ ਜੀ। ਪਹਿਲਾਂ ਮੈਂ ਇੱਥੇ ਮਿਊਜ਼ਿਕ ਲਗਾਉਣੀ ਹੈ ਅਤੇ ਤੁਸੀਂ ਜ਼ਰੂਰ ਦੱਸੋ ਤੁਹਾਨੂੰ ਕਿਵੇਂ ਲੱਗਿਆ ਬੀਬੀ ਦਾ ਸੀਨ ਇਸ ਤਰ੍ਹਾਂ ਚਾਹ ਪੀਂਦੀ ਦਾ ਬਣਾਇਆ। ਅਤੇ ਜਿਵੇਂ ਤੁਸੀਂ ਦੇਖ ਹੀ ਲਿਆ ਜੀ, ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਅਤੇ ਮੈਨੂੰ ਬਹੁਤ ਸੋਹਣਾ ਲੱਗਿਆ, ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ। ਅਤੇ ਮੈਂ ਜਦੋਂ ਵੀ ਜਿਹੜਾ ਮੇਰਾ ਦਿਲ ਕਰਦਾ ਜਿਵੇਂ ਵੀਡੀਓ ਬਣਾਉਣ ਨੂੰ, ਮੈਂ ਉਸ ਤਰ੍ਹਾਂ ਬਣਾ ਕੇ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਹਾਂ। ਅਤੇ ਮੈਨੂੰ ਸੋਹਣੀ ਲੱਗੀ, ਇਸ ਕਰਕੇ ਮੈਂ ਕਲਿੱਪ ਤੁਹਾਡੇ ਨਾਲ ਸ਼ੇਅਰ ਕੀਤੀ। ਬਾਕੀ ਤੁਸੀਂ ਮੈਨੂੰ ਅਤੇ ਮੇਰੀ ਨਾਨੀ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹੋ ਅਤੇ ਤੁਹਾਡਾ ਬਹੁਤ ਧੰਨਵਾਦ। ਤੁਸੀਂ ਬਹੁਤ ਸਪੋਰਟ ਕਰਦੇ ਹੋ ਚੈਨਲ ਨੂੰ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੁਹਾਡੇ ਕਮੈਂਟ ਪੜ੍ਹ ਕੇ। ਸੋ ਇੱਥੇ ਮੈਂ ਚਾਹੁੰਦੀ ਸੀਗੀ ਵੀ ਮੈਂ ਨੈਚੁਰਲ ਗੱਲਾਂ ਲਾ ਦਿਆਂ ਸਾਰੀਆਂ, ਪਰ ਆਵਾਜ਼ ਇੰਨੀ ਦੂਰੋਂ ਬਿਲਕੁਲ ਕਲੀਅਰ ਨਹੀਂ ਆ ਰਹੀ ਸੀਗੀ। ਸੋ ਇਸ ਕਰਕੇ ਮੇਰਾ ਮਨ ਬਹੁਤ ਸੀ ਵੀ ਤੁਹਾਡੇ ਨਾਲ ਸਾਰੀਆਂ ਗੱਲਾਂ ਜਿਹੜੀਆਂ ਮੈਂ ਇਸ ਤਰ੍ਹਾਂ ਸ਼ੇਅਰ ਕਰਾਂ। ਸੋ ਮੈਂ ਮੈਕ ਲਗਾਉਣਾ ਭੁੱਲ ਗਈ ਸੀਗੀ ਅਤੇ ਆਵਾਜ਼ ਹੈ ਜਿਹੜੀ ਫ਼ੋਨ ਨਾਲ ਇੰਨੀ ਦੂਰੋਂ ਬਿਲਕੁਲ ਕਲੀਅਰ ਨਹੀਂ ਆ ਰਹੀ ਸੀ, ਤੁਹਾਨੂੰ ਵੀ ਸੁਣਨਾ ਨਹੀਂ ਸੀਗਾ ਬਿਲਕੁਲ ਵੀ। ਉੱਥੇ ਹਰਫ ਚਾਹ ਨਹੀਂ ਪੀ ਰਿਹਾ ਸੀਗਾ, ਕਹਿੰਦਾ ਮੰਮਾ ਬਹੁਤ ਤੱਤੀ ਚਾਹ ਗਈ, ਗਰਮ ਬਹੁਤ ਹੈ ਚਾਹ। ਕਹਿੰਦਾ ਮੈਂ ਨਹੀਂ ਪੀਣੀ। ਮੈਂ ਕਿਹਾ ਪੁੱਤ ਇੰਨੀ ਗਰਮ ਹੈ ਨਹੀਂ। ਬੀਬੀ ਕਹਿੰਦੀ ਮੈਂ ਤਾਂ ਪੀ ਲਈ ਚਾਹ, ਇੰਨੀ ਗਰਮ ਨਹੀਂ ਗੀ। ਸੋ ਇੱਥੇ ਹੁਣ ਬੀਬੀ ਨੇ ਜਿਹੜੀ ਧਾਰ ਚੋਣ ਦੀ ਤਿਆਰੀ ਕਰ ਲਈ ਸੀਗੀ। ਪਹਿਲਾਂ ਤਾਂ 2 ਗਾਵਾਂ ਹੁੰਦੀਆਂ ਸੀ, ਬੀਬੀ ਨੇ ਬਾਲਟੀ ਮੰਗਾ ਲਈ ਸੀ ਮੈਥੋਂ। ਮੈਂ ਵੀਡੀਓ ਬਹੁਤ ਤੇਜ਼ ਕਰਤੀ, ਤੁਸੀਂ ਹੱਸਿਓ ਨਾ ਦੇਖ ਕੇ, ਕਿਉਂਕਿ ਫਿਰ ਬਹੁਤ ਲੰਬੀ ਵੀਡੀਓ ਹੋ ਜਾਂਦੀ ਹੈ। ਅਤੇ ਫਿਰ ਮੈਂ ਕਹਿ ਦਿੰਦੀ ਹੁੰਦੀ ਵੀ ਮੈਂ ਤੇਜ਼ ਹੀ ਕਰਦਾ ਵੀਡੀਓ ਨੂੰ ਥੋੜ੍ਹਾ ਜਿਹਾ।
ਤੇ ਇੱਧਰ ਨਾ ਦਹੀਂ ਜਮਾ ਕੇ ਰੱਖੀ ਸੀ ਰਾਤ ਬੀਬੀ ਨੇ, ਤੇ ਬੀਬੀ ਕਹਿੰਦੀ ਵੀ ਤੂੰ ਦਹੀਂ ਚੱਕ ਕੇ ਜਿਹੜੀ ਰੱਖ ਦੇ, ਕਿਉਂਕਿ ਹਨੂਮਾਨ ਜਾਣੀ ਕਿ ਮੌਂਕੀ ਬਹੁਤ ਜ਼ਿਆਦਾ ਇੱਥੇ ਫਿਰਦੇ ਰਹਿੰਦੇ ਆ ਤੇ ਐਵੇਂ ਡੋਲ ਨਾ ਦੇਣ। ਸੋ ਬੀਬੀ ਕਹਿੰਦੀ ਸੀ ਥੋੜ੍ਹਾ ਜਿਹਾ ਚਿਰ ਫਰਿੱਜ 'ਚ ਰੱਖ ਦੇ ਤੇ ਫਿਰ ਆਪਾਂ ਰੋਟੀ ਨਾਲ ਜਿਹੜਾ ਰਾਇਤਾ ਬਣਾ ਲਾਂਗੇ। ਬੀਬੀ ਖੀਰੇ ਦਾ ਰਾਇਤਾ ਬਣਾਉਂਦੀ ਹੁੰਦੀ ਆ। ਇੱਧਰ ਹਰਫ ਕਹਿੰਦਾ ਮੰਮਾ ਥੋੜ੍ਹੀ ਜਿਹੀ ਮੈਨੂੰ ਚਾਹ ਹੋਰ ਪਾ ਦੇ। ਵੈਸੇ ਬੀਬੀ ਕਹਿੰਦਾ ਬਹੁਤ ਘੱਟ ਮਿੱਠਾ ਪੀਂਦੇ ਆ, ਬਿਲਕੁਲ ਹੀ ਫਿੱਕੀ ਚਾਹ ਬਣਾਉਂਦੇ ਹੁੰਦੇ ਆ। ਤੇ ਇੱਧਰ ਮਾਮਾ ਨਹਾ ਲਿਆ ਸੀਗਾ ਜੀ ਸੁਬਾਹ, ਜਿਹੜਾ ਮਾਮਾ ਜਾਂਦਾ ਹੁੰਦਾ ਗੁਰਦੁਆਰਾ ਸਾਹਿਬ, ਉਸ ਤੋਂ ਪਹਿਲਾਂ ਵਿਚਾਰਾ ਮੌਂਕੀਆਂ ਨੂੰ ਭਜਾਈ ਜਾਂਦਾ ਸੀਗਾ, ਕਿਉਂਕਿ ਬੀਬੀ ਨੇ ਧਾਰ ਚੋਣੀ ਸੀ ਗਾਂ ਨਾ ਹਿੱਲ ਜੇ। ਅਤੇ ਜਿਹੜਾ ਦਾਣਾ ਉੱਥੇ ਭਿਉਂ ਕੇ ਰੱਖਿਆ ਹੁੰਦਾ ਸੰਨੀ ਰਲਾਉਣ ਵਾਸਤੇ, ਫਿਰ ਉਹ ਨਾ ਮੌਂਕੀ ਡੋਲਦੇ ਨੇ, ਇਸ ਕਰਕੇ ਆ ਜਿਹੜਾ ਮਾਮਾ ਸੋਟੀ ਨਾਲ ਭਜਾਉਂਦਾ ਫਿਰਦਾ ਸੀ ਮੌਂਕੀਆਂ ਨੂੰ। ਇੱਧਰ ਹਰਫ ਨੇ ਵੀ ਸੋਟੀ ਚੱਕ ਰੱਖੀ ਸੀ। ਮਾਮੇ ਨੇ ਹਰਫ ਨੂੰ ਆ ਜਿਹੜਾ ਕੱਲ੍ਹ ਸ਼ਾਮ ਨੂੰ ਬਹੁਤ ਜ਼ਿਆਦਾ ਡਰਾਇਆ, ਕਹਿੰਦਾ ਚੌੜ ਕਰਨ ਲੱਗ ਗਿਆ ਮਾਮਾ, ਕਹਿੰਦਾ ਕਿ ਇਹਨਾਂ ਦਾ ਇਹ ਵੀ ਨਹੀਂ ਪਤਾ ਵੀ ਜੇ ਇਹ 4-5 ਇਕੱਠੇ ਹੋ ਕੇ ਆ ਜਾਣ ਤਾਂ ਜਵਾਕ ਨੂੰ ਵੀ ਚੱਕ ਕੇ ਲੈ ਜਾਣ। ਸੋ ਹਰਫ ਬਿਲਕੁਲ ਸੀਰੀਅਸ ਹੋ ਗਿਆ ਸੀਗਾ, ਹਰਫ ਡਰ ਗਿਆ ਸੀਗਾ ਵੀ ਕਿਤੇ ਸੱਚੀ ਚੱਕ ਕੇ ਲੈ ਜਾਣਗੇ, ਪਰ ਮਜ਼ਾਕ ਕਰਦਾ ਸੀ ਮਾਮਾ। ਮੈਂ ਬਹੁਤ ਹਰਫ ਨੂੰ ਸਮਝਾਇਆ ਵੀ ਪੁੱਤ ਨਹੀਂ ਮਾਮਾ ਮਜ਼ਾਕ ਕਰਦਾ। ਅਤੇ ਪਰ ਰਾਤ ਨੂੰ ਜਦੋਂ ਅਸੀਂ ਪਏ ਅਤੇ ਹਰਫ ਰਾਤ ਨੂੰ ਮੱਛਰਦਾਨੀ ਦੇ ਵਿੱਚ ਵੀ ਡਰੀ ਗਿਆ। ਦੇਖੋ ਕਿਵੇਂ ਉਹਨਾਂ ਨੂੰ ਭਜਾਈ ਜਾਂਦਾ। ਹਰਫ ਨੇ ਮਸਤੀ ਵੀ ਬਹੁਤ ਕੀਤੀ, ਪੂਰੀ ਪੱਕੀ ਜਿਵੇਂ ਆਪਾਂ ਕਹਿੰਦੇ ਨਾ ਡਿਊਟੀ ਲੱਗ ਗਈ ਸੀ ਹਰਫ ਦੀ ਇੱਥੇ ਵੀ ਮੌਂਕੀਆਂ ਨੂੰ ਹਰਫ ਨੇ ਭਜਾਉਣਾ ਇੱਥੋਂ। ਅਤੇ ਉੱਧਰ ਮੈਂ ਦੇਖੀ ਜਾਂਦੀ ਸੀ ਸੁਬਾਹ ਇੰਨੇ ਜ਼ਿਆਦਾ ਮੌਂਕੀ ਆ ਗਏ ਸੀ। ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਪਤਾ ਕੀ ਕਰਦੇ, ਉਦੋਂ ਤਾਂ ਕਹਿੰਦੇ ਸੀਗੇ ਵੀ ਖਾਲੀ ਪੇਟ ਇਹਨਾਂ ਦਾ ਨਾਂ ਨਹੀਂ ਲੈਣਾ, ਸਾਰਾ ਦਿਨ ਛਿੱਤਰ ਪੈਣਗੇ ਜੇ ਇਹਨਾਂ ਦਾ ਖਾਲੀ ਪੇਟ ਨਾ ਲੈਤਾ। ਇਸ ਕਰਕੇ ਡਰਦੇ ਬਿਲਕੁਲ ਵੀ ਨਾਂ ਵੀ ਨਹੀਂ ਲੈਂਦੇ ਸੀ ਇਹਨਾਂ ਦਾ। ਪਰ ਇਸ ਤਰ੍ਹਾਂ ਦੇਖੋ ਕਿੰਨੇ ਜ਼ਿਆਦਾ ਹੁਣ ਤਾਂ ਫਿਰਦੇ। ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਇੱਥੇ ਨਾ ਇੰਨੇ ਜ਼ਿਆਦਾ ਮੌਂਕੀ ਨਹੀਂ ਹੁੰਦੇ ਸੀ, ਉਦੋਂ ਇਹਨਾਂ ਦਾ ਟਿਕਾਣਾ ਕਿਤੇ ਹੋਰ ਹੁੰਦਾ ਸੀ। ਪਰ ਹੁਣ ਇਹਨਾਂ ਨੇ ਪੱਕਾ ਟਿਕਾਣਾ ਇੱਥੇ ਹੀ ਬਣਾ ਲਿਆ। ਹੁਣ ਇਹ ਇੰਨੇ ਜ਼ਿਆਦਾ ਇੱਥੇ ਬੀਬੀ ਕੇ ਨਹਿਰ 'ਤੇ ਰਹਿੰਦੇ ਆ ਨਾ, ਅਤੇ ਬਹੁਤ ਜ਼ਿਆਦਾ ਜਿੰਨੇ ਵੀ ਕਹਿ ਦਈਏ ਮੈਂ ਤਾਂ ਗਿਣ ਵੀ ਨਹੀਂ ਸਕਦੀ, ਇੰਨੇ ਜ਼ਿਆਦਾ ਇਹਨਾਂ ਦੀ ਟੋਲੀ, ਇਹਨਾਂ ਦੇ ਬੱਚੇ ਆ, ਬਹੁਤ ਜ਼ਿਆਦਾ ਫਿਰਦੇ ਰਹਿੰਦੇ ਆ। ਅਤੇ ਮੈਂ ਤਾਂ ਹਰਫ ਇਹਨਾਂ ਨੂੰ ਦੇਖੀ ਜਾਂਦੇ ਸੀ। ਸਾਡੇ ਪਿੰਡ ਵਿੱਚ ਤਾਂ ਇੱਕ ਵਾਰੀ ਨਾ ਮਤਲਬ ਹੈਗੀ ਆ ਮੈਨੂੰ ਲੱਗਦਾ 5-6 ਮਹੀਨੇ ਤਾਂ ਲੋਕਡਾਊਨ ਨਹੀਂ ਹੋ ਗਏ, ਸਾਲ 1.5 ਸਾਲ ਪੁਰਾਣੀ ਗੱਲ ਹੈ, ਉਦੋਂ ਦੀ ਗੱਲ ਹੈ। ਅਤੇ ਸਾਡੇ ਪਿੰਡ ਦੇ ਵਿੱਚ ਇੱਕ ਮੌਂਕੀ ਆ ਗਿਆ ਸੀਗਾ ਨਹਿਰ ਤੋਂ, ਅਤੇ ਸਾਡੇ ਤਾਂ ਸਾਰੇ ਘਰਾਂ ਦੇ ਲੋਕ ਆਏ ਮਤਲਬ ਦੇਖਣ ਲੱਗ ਗਏ ਵੀ ਪਤਾ ਨਹੀਂ ਮੌਂਕੀ ਆ ਗਿਆ ਇੱਕ। ਸੋ ਸਾਡੇ ਤਾਂ ਕਦੇ ਕਦਾਈ ਇਸ ਤਰ੍ਹਾਂ ਦੀਆਂ ਚੀਜ਼ਾਂ ਐਵੇਂ ਵੀ ਮਤਲਬ ਇਹ ਦੇਖਣ ਨੂੰ ਮੌਂਕੀ ਮਿਲਦਾ, ਲੋਕ ਡਰ ਜਾਂਦੇ ਆ। ਪਰ ਬੀਬੀ ਕੇ ਤਾਂ ਸਾਰਾ ਦਿਨ ਹੀ ਇਸ ਤਰ੍ਹਾਂ ਮੌਂਕੀਆਂ ਦੇ ਵਿੱਚ ਰਹਿੰਦੇ ਆ, ਅਤੇ ਇੰਨੇ ਜ਼ਿਆਦਾ ਮੌਂਕੀ ਆ ਇੱਥੇ। ਇੱਕ ਉਸ ਤਰ੍ਹਾਂ ਦੇ ਫਿਰ ਬੰਦੇ ਦੀ ਹੈ ਨਾ ਜ਼ਿੰਦਗੀ ਸੁਭਾਅ ਜਾਂ ਉਸ ਤਰ੍ਹਾਂ ਦਾ ਬਣ ਜਾਂਦਾ, ਪਰ ਦੁਖੀ ਬਹੁਤ ਕਰਦੇ ਆ ਇਹ ਬੀਬੀ ਕਿਆਂ ਨੂੰ। ਸਾਰੀ ਸਬਜ਼ੀ ਖਰਾਬ ਕਰ ਦਿੰਦੇ ਆ, ਜੇ ਕੋਈ ਫਸਲ ਬੀਜੀ ਆ ਖੇਤ ਦੇ ਵਿੱਚ ਉਹ ਖਰਾਬ ਕਰ ਦਿੰਦੇ ਆ। ਸੋ ਇੱਧਰ ਮੈਂ ਜਿਹੜੇ ਮੰਜੇ ਬਿਸਤਰੇ ਇਕੱਠੇ ਕਰੀ ਜਾਂਦੀ ਸੀਗੀ, ਮੈਂ ਕਿਹਾ ਮੰਜੇ ਚੱਕ ਕੇ ਮੈਂ ਜਿਹੜੇ ਅੰਦਰ ਰੱਖਦੇ ਹਾਂ ਅਤੇ ਬਿਸਤਰੇ ਵੀ ਮੈਂ ਤੈਅ ਲਗਾ ਕੇ ਮੈਂ ਕਿਹਾ ਰੱਖਦੇ ਹਾਂ। ਅਤੇ ਬੀਬੀ ਕੇ ਤਾਂ ਵੈਸੇ ਦਰੀਆਂ ਹੀ ਵਿਛਾਉਂਦੇ ਹੈਗੇ, ਕਿਉਂਕਿ ਹਜੇ ਸੀਜ਼ਨ ਤੁਹਾਨੂੰ ਪਤਾ ਗਰਮੀ ਦਾ ਹੀ ਹੈ। ਪਰ ਹਰਫ ਦਾ ਕਰਕੇ ਬੀਬੀ ਨੇ ਗਦੈਲਾ ਕੱਢਤਾ ਸੀ ਇੱਧਰ। ਅਤੇ ਬਾਕੀ ਨਾ ਬਾਹਰ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਰਾਤ ਨੂੰ। ਜਿਹੜੇ ਲੋਕ ਬਾਹਰ ਪੈਂਦੇ ਆ ਇਸ ਤਰ੍ਹਾਂ ਖੁੱਲ੍ਹੇ ਅਸਮਾਨ ਦੇ ਵਿੱਚ, ਉਹਨਾਂ ਨੂੰ ਤਾਂ ਪਤਾ ਹੋਊਗਾ ਵੀ ਜਿਹੜਾ ਮੌਸਮ ਹੈ ਕਿੰਨਾ ਚੇਂਜ ਹੋ ਚੁੱਕਿਆ। ਅਤੇ ਬਹੁਤ ਜ਼ਿਆਦਾ ਠੰਡ ਲੱਗਣ ਲੱਗ ਗਈ ਸੀ। ਹਰਫ ਨੂੰ ਤਾਂ ਜ਼ੁਕਾਮ ਵੀ ਲੱਗ ਗਿਆ ਸੀਗਾ ਥੋੜ੍ਹਾ ਜਿਹਾ, ਵਿਚਾਰੇ ਨੂੰ ਮੈਥੋਂ ਰੁਮਾਲ ਮੰਗੀ ਜਾਂਦਾ ਸੀ, ਪਰ ਮੈਂ ਘਰੋਂ ਜਾਂਦੀ ਰੁਮਾਲ ਚੱਕਣਾ ਭੁੱਲ ਗਈ ਸੀਗੀ। ਮੇਰੇ ਕੋਲ ਛੋਟਾ ਰੁਮਾਲ ਸੀ, ਉਹ ਬੈਗ ਦੇ ਵਿੱਚ ਸੀਗਾ, ਅਤੇ ਸੁਬਾਹ ਮੈਂ ਬੈਗ ਫਰੋਲਿਆ ਹੀ ਨਹੀਂ ਗਾ, ਕਿਉਂਕਿ ਬਹੁਤ ਜ਼ਿਆਦਾ ਥੱਲੇ ਕੱਪੜੇ ਪਏ ਸੀ ਬੈਗ ਦੇ ਵਿੱਚ। ਅਤੇ ਹਰਫ ਨੂੰ ਬਹੁਤ ਜ਼ੁਕਾਮ ਲੱਗ ਗਿਆ ਸੀਗਾ ਬਾਹਰ, ਅਤੇ ਬਾਹਰ ਪੱਖਾ ਛੱਡ। ਅਤੇ ਬਾਕੀ ਜੀ ਇਹੀ ਸੀਗੀ ਅੱਜ ਦੀ ਸਾਡੀ ਵੀਡੀਓ, ਅਤੇ ਤੁਸੀਂ ਜ਼ਰੂਰ ਇੰਜੋਏ ਕੀਤੀ ਹੋਊਗੀ। ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਜੀ। ਅਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ। ਤੁਹਾਡੇ ਸਾਰਿਆਂ ਦੇ ਕਮੈਂਟਾਂ ਦੀ ਮੈਂ ਰਿਪਲਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰੂੰਗੀ ਜੀ, ਜਿੰਨਾ ਜਲਦੀ ਤੋਂ ਜਲਦੀ ਮੇਰਾ ਟਾਈਮ ਲੱਗਦਾ ਰਿਪਲਾਈ ਕਰਨ ਦਾ। ਐਂਡ ਇਸ ਤੋਂ ਬਾਅਦ ਆਪਾਂ ਨੈਕਸਟ ਵੀਡੀਓ ਦੇ ਨਾਲ, ਨੈਕਸਟ ਬਲੌਗ ਦੇ ਨਾਲ ਤੁਹਾਨੂੰ ਮਿਲਾਂਗੇ ਜੀ। ਅਤੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋ, ਸਪੋਰਟ ਕਰਦੇ ਰਹੋ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਨੂੰ ਵਾਚ ਕਰਨ ਵਾਸਤੇ। ਥੈਂਕ ਯੂ ਜੀ।